TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਕੁਝ ਇੱਕ ਖਬਰਾਂ ਕੁਝ ਇੱਕ ਘਟਨਾਵਾਂ ਦੇ ਉੱਤੇ ਰਲ ਮਿਲ ਕੇ ਵਿਚਾਰ ਚਰਚਾ ਕਰੀਏ। ਪਰ ਜਿਹੜੀਆਂ ਖਬਰਾਂ ਨੇ ਜਿਹੜੀਆਂ ਘਟਨਾਵਾਂ ਨੇ ਆਓ ਸੰਖੇਪ ਦੇ ਵਿੱਚ ਉਹਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਖੇਡਾਂ ਦਾ ਮਹਾਕੁੰਭ ਟੋਕੀਓ ਓਲੰਪਿਕਸ ਦਾ ਹੋਇਆ ਆਗਾਜ਼। ਤੁਰਕੀ ਵਿੱਚ ਇੱਕ ਕਿਸ਼ਤੀ ਡੁੱਬੀ, ਲਗਭਗ 45 ਵਿਅਕਤੀ ਸਨ ਉਸ ਵਿੱਚ ਸਵਾਰ। ਘੋੜੀ ਤੇ ਬੈਠੇ ਲਾੜੇ ਨੂੰ ਲੈ ਕੇ ਘੋੜੀ ਦੌੜੀ, ਪਰ ਅਸਲ ਕਾਰਨ ਤੁਹਾਨੂੰ ਦੇ ਸਕਦਾ ਹੈ ਇੱਕ ਚੰਗੀ ਸਿੱਖ। ਇੱਕ ਨੇਪਾਲੀ ਨਾਗਰਿਕ ਨੂੰ ਮਾਣਯੋਗ ਅਦਾਲਤ ਨੇ ਸੁਣਾਈ ਨਵੇਕਲੀ ਅਤੇ ਸਖਤ ਸਜ਼ਾ। ਕਿਸਾਨਾਂ ਨੇ ਆਪਣੇ ਹੀ ਖੇਤੀਬਾੜੀ ਮੰਤਰੀ ਤੋਂ ਲਿਆ ਅਸਤੀਫਾ ਅਤੇ ਸੰਸਦ ਵਿੱਚ ਵਿਰੋਧੀ ਧਿਰ ਦੇ ਹੰਗਾਮਿਆਂ ਕਾਰਨ ਨਹੀਂ ਚੱਲ ਸਕੀ ਕਾਰਵਾਈ। ਦੋਸਤੋ ਇਹ ਕੁਝ ਖਬਰਾਂ ਨੇ ਤੇ ਇਹਦੇ ਨਾਲ ਕੁਝ ਹੋਰ ਖਬਰਾਂ ਰਹਿਣਗੀਆਂ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਖੇਡਾਂ ਦੇ ਮਹਾਕੁੰਭ ਤੋਂ ਆਗਾਜ਼ ਕਰਾਂਗੇ, ਪਰ ਉਹਦੇ ਤੋਂ ਵੀ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਖੇਡਾਂ ਦੇ ਮਹਾਕੁੰਭ ਵੱਲ ਚੱਲੀਏ। ਟੋਕੀਓ ਓਲੰਪਿਕਸ ਦਾ ਉਦਘਾਟਨ ਹੋ ਚੁੱਕਿਆ ਹੈ ਅਤੇ ਇਹ ਉਦਘਾਟਨੀ ਸਮਾਗਮ ਟੋਕੀਓ ਦੇ ਜਾਪਾਨ ਨੈਸ਼ਨਲ ਸਟੇਡੀਅਮ ਦੇ ਵਿੱਚ ਹੋਇਆ ਹੈ। ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਆਪਾਂ ਆਖ ਸਕਦੇ ਹਾਂ ਕਿ ਓਲੰਪਿਕਸ ਦਾ ਜਾਂ ਇਸ ਖੇਡ ਮੇਲੇ ਦਾ ਮਹਾਕੁੰਭ ਦਾ 1 ਸਾਲ ਦੀ ਦੇਰੀ ਦੇ ਨਾਲ ਆਯੋਜਨ ਕੀਤਾ ਗਿਆ। ਇਹ 23 ਜੁਲਾਈ ਤੋਂ 8 ਅਗਸਤ ਤੱਕ ਖੇਡਾਂ ਹੋਣੀਆਂ ਨੇ। 206 ਮੁਲਕਾਂ ਦੇ ਕਰੀਬ 11,000 ਤੋਂ ਵੱਧ, ਜਿਨ੍ਹਾਂ ਦੀ ਗਿਣਤੀ 11,238 ਦੱਸੀ ਜਾ ਰਹੀ ਹੈ, ਇਹ ਖਿਡਾਰੀਆਂ ਨੇ ਹਿੱਸਾ ਲੈਣਾ ਤੇ ਇਹਦੇ ਵਿੱਚ 339 ਸੋਨ ਤਮਗੇ ਜਿੱਤਣ ਦੇ ਵਾਸਤੇ ਵੱਖੋ-ਵੱਖ ਖਿਡਾਰੀਆਂ ਨੇ ਜ਼ੋਰ ਅਜ਼ਮਾਇਸ਼ ਕਰਨੀ ਹੈ। ਦੱਸਣਾ ਬਣਦਾ ਹੈ ਕਿ ਕੋਵਿਡ ਮਹਾਮਾਰੀ ਦੇ ਕਾਰਨ ਇਸ ਵਕਤ ਵੀ ਟੋਕੀਓ ਦੇ ਵਿੱਚ ਐਮਰਜੈਂਸੀ ਲਾਗੂ ਹੈ। ਫਿਰ ਇਸ ਮੌਕੇ ਤੇ ਉੱਤੇ ਓਲੰਪਿਕ ਦਾ ਉਦਘਾਟਨ ਤਾਂ ਹੋਇਆ, ਪਰ ਇਸ ਐਮਰਜੈਂਸੀ ਦੇ ਕਾਰਨ ਦਰਸ਼ਕ ਸਟੇਡੀਅਮ ਵਿੱਚ ਕੋਈ ਮੌਜੂਦ ਨਹੀਂ ਸੀ। ਸਿਰਫ 900 ਅਧਿਕਾਰੀ ਤੇ ਪੱਤਰਕਾਰ ਸਟੇਡੀਅਮ ਦੇ ਵਿੱਚ ਮੌਜੂਦ ਰਹੇ। ਖਿਡਾਰੀਆਂ ਦਾ ਇਹ ਮਾਰਚ ਪਾਸ 1896 ਦੇ ਵਿੱਚ ਹੋਏ ਪਹਿਲੇ ਸਮਰ ਓਲੰਪਿਕਸ ਗੇਮ ਦੇ ਆਯੋਜਕ ਸਨ ਗ੍ਰੀਸ ਦੀ ਟੀਮ ਦੇ ਨਾਲ ਸ਼ੁਰੂ ਹੋਇਆ। ਉਹਦੇ ਤੋਂ ਬਾਅਦ ਰਿਫਿਊਜੀ ਖਿਡਾਰੀਆਂ ਨੇ ਮਾਰਚ ਪਾਸ ਵਿੱਚ ਹਿੱਸਾ ਲਿਆ ਅਤੇ ਭਾਰਤ ਦੀ ਟੀਮ ਦਾ ਸਥਾਨ, ਜਾਂ ਆਪਾਂ ਇਹ ਆਖ ਸਕਦੇ ਜਿਹੜੀ ਭਾਰਤ ਦੀ ਟੀਮ ਉੱਥੇ ਅਗਵਾਈ ਕਰ ਰਹੀ ਸੀ ਆਪਣੇ ਮੁਲਕ ਦੀ, ਉਹਨਾਂ ਦਾ ਸਥਾਨ 21ਵਾਂ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਇਸ ਉਦਘਾਟਨੀ ਸਮਾਗਮ ਨੂੰ ਟੀਵੀ ਤੇ ਬੈਠ ਕੇ ਦੇਖ ਰਹੇ ਸੀ ਜਦੋਂ ਟੋਕੀਓ ਓਲੰਪਿਕਸ ਦਾ ਉਦਘਾਟਨ ਹੋ ਰਿਹਾ ਸੀ। ਸਮਾਗਮ ਦੀਆਂ ਝਲਕੀਆਂ ਉਹਨਾਂ ਨੇ ਟੀਵੀ ਤੇ ਬੈਠ ਕੇ ਦੇਖੀਆਂ ਤੇ ਜਦੋਂ ਭਾਰਤ ਦਾ ਇੱਕ ਕਾਫਲਾ ਐਨ ਅੱਗੋਂ ਦੀ ਗੁਜ਼ਰ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਮੋਦੀ ਆਪਣੀ ਕੁਰਸੀ ਤੋਂ ਉੱਠ ਕੇ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕਰ ਰਹੇ ਸੀ। ਐਥਲੀਟਾਂ ਦੀ ਹੌਸਲਾ ਅਫਜ਼ਾਈ ਉਹਨਾਂ ਨੇ ਇੰਝ ਕੀਤੀ। ਉਹਨਾਂ ਨੇ ਭਾਰਤੀ ਟੀਮ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਅਤੇ ਲੋਕਾਂ ਨੂੰ ਉਹਨਾਂ ਦਾ ਉਤਸ਼ਾਹ ਵਧਾਉਣ ਦੀ ਅਪੀਲ ਵੀ ਕੀਤੀ ਹੈ। ਵੱਡੀਆਂ ਆਸਾਂ ਉਮੀਦਾਂ ਨਾਲ ਓਲੰਪਿਕਸ ਦੇ ਵਿੱਚ ਭਾਰਤ ਦੇ ਖਿਡਾਰੀ ਪਹੁੰਚੇ ਹੈ। ਵੇਖਾਂਗੇ ਕਿ ਕਿੰਨੇ ਸੋਨ ਤਮਗੇ, ਕਿੰਨੇ ਚਾਂਦੀ ਦੇ ਤੇ ਕਿੰਨੇ ਕਾਂਸੀ ਦੇ ਤਮਗੇ ਲੈ ਕੇ ਵਾਪਸ ਆਉਂਦੇ ਹੈ। ਸੰਖੇਪ ਦੇ ਵਿੱਚ ਜੇ ਇਸ ਉਦਘਾਟਨੀ ਸਮਾਗਮ ਦੀਆਂ ਗੱਲਾਂ ਦੇ ਉੱਤੇ ਨਜ਼ਰ ਮਾਰਨੀ ਹੋਵੇ ਤਾਂ ਜਾਪਾਨ ਦੇ ਕੁਝ ਸ਼ੁਭ ਰੰਗ ਨੇ। ਉਸ ਦੇ ਮੁਤਾਬਕ ਇਹ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ। ਅਮਰੀਕਾ ਦੀ ਫਸਟ ਲੇਡੀ ਜਿਲ ਬਾਈਡਨ ਇਸ ਉਦਘਾਟਨੀ ਸਮਾਗਮ ਵਿੱਚ ਉਚੇਚੇ ਤੌਰ ਤੇ ਮੌਜੂਦ ਰਹੀ। ਬ੍ਰਾਜ਼ੀਲ ਦੀ ਟੀਮ ਦੇ ਵਿੱਚ ਨਜ਼ਰ ਆਏ ਸਿਰਫ 2 ਖਿਡਾਰੀ। 32ਵੀਆਂ ਓਲੰਪਿਕਸ ਖੇਡਾਂ ਦੇ ਵਿੱਚ ਭਾਰਤ 25ਵੀਂ ਵਾਰੀ ਆਪਣਾ ਹਿੱਸਾ ਲੈ ਰਿਹਾ ਹੈ ਤੇ ਇਹਦੇ ਵਿੱਚ ਕੋਵਿਡ-19 ਦੇ ਕਾਰਨ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। 12 ਸਾਲ ਦੀ ਉਮਰ ਦੀ ਸੀਰੀਆ ਦੀ ਝੰਡਾ ਬਰਦਾਰ ਬਣੀ ਟੇਬਲ ਟੈਨਿਸ ਦੀ ਖਿਡਾਰੀ ਹੈਂਡ ਜਾਜਾ, ਉਹ ਓਲੰਪਿਕ ਦੇ ਇਤਿਹਾਸ ਦੀ ਸਭ ਤੋਂ ਛੋਟੀ ਉਮਰ ਦੀ, ਜਾਂ ਮੈਂ ਨੌਜਵਾਨ ਆਖਾਂ, ਝੰਡਾ ਬਰਦਾਰ ਬਣੀ ਹੈ। ਉਦਘਾਟਨੀ ਸਮਾਗਮ ਦੇ ਦੌਰਾਨ ਕਿਰਗਿਸਤਾਨ, ਤਜ਼ਾਕਿਸਤਾਨ ਦੀ ਜਿਹੜੀ ਟੀਮ ਸੀ ਉਹਨਾਂ ਦੇ ਮਾਸਕ ਪਾਇਆ ਨਜ਼ਰ ਨਹੀਂ ਆਇਆ, ਜਦਕਿ ਪਾਕਿਸਤਾਨ ਦੇ 2 ਝੰਡਾ ਬਰਦਾਰ ਖਿਡਾਰੀਆਂ ਨੇ ਵੀ ਮਾਸਕ ਨਹੀਂ ਸੀ ਪਹਿਨੇ ਹੋਏ। ਭਾਰਤ ਦੇ ਕੁੱਲ ਖਿਡਾਰੀ 124 ਤੇ 228 ਮੈਂਬਰੀ ਟੀਮ ਓਲੰਪਿਕਸ ਦੇ ਵਿੱਚ ਹਿੱਸਾ ਲੈਣ ਵਾਸਤੇ ਗਈ ਹੋਈ ਹੈ। ਭਾਰਤ ਦੇ 20 ਖਿਡਾਰੀ ਅਤੇ 6 ਅਧਿਕਾਰੀਆਂ ਨੇ ਇਸ ਉਦਘਾਟਨੀ ਸਮਾਗਮ ਦੇ ਵਿੱਚ ਹਿੱਸਾ ਲਿਆ।
ਭਾਰਤ ਵੱਲੋਂ ਇਸ ਮਹਾਕੁੰਭ ਦੇ ਵਿੱਚ 69 ਪੁਰਸ਼ ਅਤੇ 55 ਮਹਿਲਾਵਾਂ ਐਥਲੀਟ ਪਹੁੰਚੀਆਂ ਨੇ ਅਤੇ ਬਾਕੀ ਦੇ ਸਟਾਫ ਮੈਂਬਰ ਟੋਕੀਓ ਵਿੱਚ ਪਹੁੰਚੇ ਹੋਏ ਨੇ। ਭਾਰਤ ਨੇ ਇਸ ਓਪਨਿੰਗ ਸੈਰੇਮਨੀ ਦੇ ਵਿੱਚ ਝੰਡਾ ਬਰਦਾਰ ਦਾ ਜਿਹੜਾ ਜ਼ਿੰਮਾ ਦਿੱਤਾ ਸੀ ਉਹ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ 6ਵੀਂ ਵਾਰ ਬਾਕਸਿੰਗ ਵਰਲਡ ਚੈਂਪੀਅਨ ਰਹੀ MC ਮੇਰੀ ਕੌਮ ਨੂੰ ਦਿੱਤਾ ਗਿਆ। ਇਹਨਾਂ ਨੇ ਝੰਡਾ ਫੜ ਕੇ ਭਾਰਤ ਦੀ ਪ੍ਰਤੀਨਿਧਤਾ ਕੀਤੀ, ਅਗਵਾਈ ਕੀਤੀ। ਇਸ ਸਮਾਗਮ ਦੇ ਦੌਰਾਨ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਓਲੰਪਿਕ ਲਾਰੇਲ ਪੁਰਸਕਾਰ ਨਾਲ ਨਵਾਜਿਆ ਗਿਆ। ਓਲੰਪਿਕ ਦੇ 5 ਚੱਕਰ ਜਿਹੜੇ ਉਹ ਰਿੰਗ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਰੰਗਾ ਰੰਗ ਪ੍ਰੋਗਰਾਮ ਸਟੇਡੀਅਮ ਦੇ ਵਿੱਚ ਲਿਆਂਦੇ ਗਏ। ਇਹਨਾਂ ਰਿੰਗਾਂ ਨੂੰ ਉਹਨਾਂ ਦਰਖਤਾਂ ਤੋਂ ਤਿਆਰ ਕੀਤਾ ਗਿਆ ਜਿਨ੍ਹਾਂ ਨੂੰ 1964 ਦੀਆਂ ਓਲੰਪਿਕ ਦੇ ਦੌਰਾਨ ਜਾਪਾਨ ਦੇ ਖਿਡਾਰੀਆਂ ਨੇ ਲਾਇਆ ਸੀ। ਇਹਦੇ ਵਿੱਚ ਜਿਹੜਾ ਉਦਘਾਟਨੀ ਸਮਾਗਮ ਹੋਇਆ ਜਾਪਾਨੀ ਸੱਭਿਆਚਾਰ ਦੀ ਝਲਕ ਨਜ਼ਰ ਆਈ। ਟੋਕੀਓ ਦੇ ਵਿੱਚ ਜਦੋਂ ਰਾਤ ਉਤਰੀ ਤਾਂ ਉੱਥੋਂ ਦਾ ਓਲੰਪਿਕ ਸਟੇਡੀਅਮ ਚਮਕ ਰਿਹਾ ਸੀ, ਜਗਮਗਾ ਰਿਹਾ ਸੀ, ਜਿਸ ਨਾਲ ਉੱਠੀ ਇੱਕ ਨਵੀਂ ਆਸ ਦੀ ਉਮੀਦ ਦੀ ਲਹਿਰ ਪੂਰੀ ਦੁਨੀਆ ਦੇ ਵਿੱਚ ਨਜ਼ਰ ਆਈ। ਪੂਰੀ ਦੁਨੀਆ ਨੇ ਵੇਖੀ। ਟੋਕੀਓ ਦੇ ਪ੍ਰਤੀਕ ਨੂੰ ਪ੍ਰਦਰਸ਼ਿਤ ਕਰਨ ਲਈ 20 ਸੈਕਿੰਡ ਤੱਕ ਨੀਲੀ ਤੇ ਚਿੱਟੇ ਰੰਗ ਦੀ ਆਤਿਸ਼ਬਾਜ਼ੀ ਅਸਮਾਨ ਦੇ ਵਿੱਚ ਆਪਣੇ ਜਲਵੇ ਬਖੇਰ ਰਹੀ ਸੀ, ਜਿਸ ਨੂੰ ਜਾਪਾਨ ਦੇ ਸੱਭਿਆਚਾਰ ਦੇ ਵਿੱਚ ਬਹੁਤ ਚੰਗਾ, ਬੜਾ ਸ਼ੁਭ ਮੰਨਿਆ ਜਾਂਦਾ ਹੈ। ਉਦਘਾਟਨੀ ਸਮਾਗਮ ਦੇ ਵਿੱਚ ਸ਼ੁਰੂ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਗਿਆ ਜਦੋਂ 2013 ਵਿੱਚ ਟੋਕੀਓ ਨੇ ਮੇਜ਼ਬਾਨੀ ਹਾਸਲ ਕੀਤੀ ਸੀ। ਹੁਣ ਜਦੋਂ ਸਟੇਡੀਅਮ ਦੇ ਅੰਦਰ ਇਹ ਉਦਘਾਟਨ ਹੋ ਰਿਹਾ ਸੀ, ਆਤਿਸ਼ਬਾਜ਼ੀ ਹੋ ਰਹੀ ਸੀ, ਮਾਰਚ ਪਾਸ ਕੀਤਾ ਜਾ ਰਿਹਾ ਸੀ, ਤਾਂ ਸਟੇਡੀਅਮ ਦੇ ਬਾਹਰ ਪ੍ਰਦਰਸ਼ਨ ਵੀ ਹੋ ਰਿਹਾ ਸੀ। ਜਾਪਾਨ ਦੇ ਸਮਰਾਟ ਨਾਰੂਹਿਤੋ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੁਖੀ ਥਾਮਸ ਬਾਕ ਦੇ ਨਾਲ ਕੁਝ ਇੱਕ ਹੋਰ ਆਲਾ ਅਧਿਕਾਰੀ ਸਟੇਡੀਅਮ ਦੇ ਵਿੱਚ ਪਹੁੰਚੇ ਹੋਏ ਸੀ। ਉਦਘਾਟਨੀ ਸਮਾਗਮ ਦੇ ਵਿੱਚ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ। ਇਹ ਫੈਸਲਾ ਕਈ ਹਫ਼ਤੇ ਪਹਿਲਾਂ ਹੀ ਕਰ ਦਿੱਤਾ ਗਿਆ ਸੀ, ਪਰ ਇਹ ਜ਼ਰੂਰ ਵੇਖਿਆ ਗਿਆ ਕਿ ਸਟੇਡੀਅਮ ਦੇ ਬਾਹਰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਕਰਨ ਵਾਸਤੇ ਲੋਕ ਪਹੁੰਚੇ ਹੋਏ ਸਨ ਤੇ ਅੰਦਰ ਲਗਭਗ 1000 ਕੁ ਬੰਦਾ ਸੀ। ਜਦੋਂ ਇਹ ਉਦਘਾਟਨੀ ਸਮਾਗਮ ਚੱਲ ਰਿਹਾ ਸੀ, ਪ੍ਰਦਰਸ਼ਨਕਾਰੀ ਓਲੰਪਿਕ ਪ੍ਰੋਗਰਾਮ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਸੁਣ ਰਹੇ ਸੀ ਤੇ ਪੁਲਿਸ ਉਹਨਾਂ ਨੂੰ ਉੱਥੋਂ ਹਟਾਉਣ ਦੇ ਵਿੱਚ ਰੁੱਝੀ ਹੋਈ ਨਜ਼ਰ ਆਈ ਅਤੇ ਪੁਲਿਸ ਨੂੰ ਕਾਰਵਾਈ ਕਰਨੀ ਪਈ। ਇਹ ਸੰਖੇਪ ਦੇ ਵਿੱਚ ਉਦਘਾਟਨੀ ਸਮਾਗਮ ਦੀਆਂ ਤੁਹਾਡੇ ਨਾਲ ਮੈਂ ਝਲਕੀਆਂ ਜੀ ਪੇਸ਼ ਕੀਤੀਆਂ ਨੇ। ਤੇ ਹੁਣ ਅਗਲੀ ਖਬਰ ਹੈ ਜਿਹੜੀ ਇਹ ਪ੍ਰਵਾਸ ਨਾਲ ਜੁੜੀ ਇੱਕ ਮੰਦਭਾਗੀ ਖਬਰ ਹੈ। ਇਹ ਪਹਿਲੀ ਵਾਰੀ ਖਬਰ ਨਹੀਂ, ਬੀਤੇ ਸਮਿਆਂ ਵਿੱਚ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਨੇ। ਮਾਲਟਾ ਕਿਸ਼ਤੀ ਕਾਂਡ ਅੱਜ ਵੀ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਯਾਦ ਹੋਣਾ ਹੈ ਤੇ ਆਹ ਖਬਰ ਤੁਰਕੀ ਵਾਲੇ ਪਾਸਿਓਂ ਮਿਲੀ ਹੈ। ਕੁਝ ਇੱਕ ਲੋਕ ਉੱਥੋਂ ਯੂਰਪ ਨੂੰ ਜਾ ਰਹੇ ਸੀ। ਦੱਖਣ ਪੂਰਬੀ ਉੱਥੇ ਇੱਕ ਸਾਗਰ ਹੈ, ਉਹਦੇ ਵਿੱਚ ਡੁੱਬੇ ਨੇ ਲਗਭਗ 45 ਵਿਅਕਤੀ ਇਹ ਕਿਸ਼ਤੀ ਦੇ ਵਿੱਚ ਸਵਾਰ ਸੀ। ਕਿਸ਼ਤੀ ਡੁੱਬੀ ਹੈ। ਜਦੋਂ ਪਤਾ ਲੱਗਿਆ ਕਿ ਉੱਥੇ ਕੋਈ ਕਿਸ਼ਤੀ ਡੁੱਬੀ ਹੈ ਤੇ ਮਦਦ ਦੇ ਵਾਸਤੇ ਉੱਥੇ ਬਚਾਅ ਕਾਮੇ ਪਹੁੰਚਾਏ ਗਏ। ਜਾਣਕਾਰੀ ਮਿਲੀ ਸੀ ਤੇ ਜਾਣਕਾਰੀ ਦਿੱਤੀ ਸੀ ਉੱਥੋਂ ਦੇ ਰੱਖਿਆ ਮੰਤਰਾਲੇ ਨੇ। ਉੱਥੋਂ ਦੇ ਰੱਖਿਆ ਮੰਤਰਾਲੇ ਨੇ ਟਵੀਟ ਕੀਤਾ ਕਿ ਇੱਕ ਕਿਸ਼ਤੀ ਕਾਰਪਾਥੋਸ ਗ੍ਰੀਕ ਪ੍ਰਾਇਦੀਪ ਦੇ ਦੱਖਣ ਦੇ ਵਿੱਚ ਕਰੀਬ 60 ਕੁ ਮੀਲ ਦੀ ਦੂਰੀ ਤੇ ਇੱਕ ਡੁੱਬ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ, ਜਿਸ ਦੇ ਵਾਸਤੇ 2 ਜਹਾਜ਼ ਅਤੇ ਕਿਸ਼ਤੀਆਂ ਉੱਥੇ ਭੇਜ ਦਿੱਤੀਆਂ ਗਈਆਂ ਸੀ। ਅਸਲ ਦੇ ਵਿੱਚ ਇਹ ਲੋਕ ਯੂਰਪ ਦੇ ਵਿੱਚ ਨਵਾਂ ਜੀਵਨ ਸ਼ੁਰੂ ਕਰਨ ਦੀ ਆਸ ਦੇ ਨਾਲ ਉੱਥੋਂ ਨਿਕਲੇ ਸਨ। ਤੁਰਕੀ ਤੋਂ ਯੂਨਾਨ ਦੇ ਵਿੱਚ ਇਸ ਸਾਗਰ ਦੇ ਰਸਤੇ ਇਹ ਯੂਰਪ ਦੇ ਵਿੱਚ ਦਾਖਲ ਹੋਣ ਦੀ ਇਹਨਾਂ ਨੇ ਕੋਸ਼ਿਸ਼ ਕਰਨੀ ਸੀ। ਇਹ ਸਫ਼ਰ, ਇਹ ਯਾਤਰਾ ਬੜੀ ਖਤਰਨਾਕ ਸੀ। ਤੁਰਕੀ ਅਤੇ ਯੂਰਪੀ ਸੰਘ ਦੇ ਵਿਚਕਾਰ 2016 ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਤੇ ਉਹ ਸਮਝੌਤਾ ਸੀ ਕਿ ਇੱਥੇ ਪ੍ਰਵਾਸੀਆਂ ਤੇ ਰੋਕ ਲਾਈ ਜਾਵੇ ਤੇ ਰੋਕ ਲਾਉਣ ਦੇ ਵਿੱਚ ਉਹ ਸਮਝੌਤੇ ਦੇ ਨਾਲ ਮਦਦ ਮਿਲੇਗੀ। ਪਰ ਹਾਲੇ ਵੀ ਲੋਕ ਇਸ ਖਤਰਨਾਕ ਸਮੁੰਦਰੀ ਰਸਤੇ ਨੂੰ ਲਗਾਤਾਰ ਅਪਣਾਉਂਦੇ ਨੇ ਅਤੇ ਯੂਰਪ ਦੇ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰਦੇ ਨੇ। ਪਰ ਤਾਜ਼ਾ ਖਬਰਾਂ ਦੇ ਮੁਤਾਬਕ ਡੁੱਬੇ ਹੋਏ ਲੋਕਾਂ ਦੇ ਵਿੱਚੋਂ 37 ਨੂੰ ਰਾਹਤ ਕਾਮਿਆਂ ਨੇ ਬਾਹਰ ਕੱਢ ਲਿਆ, ਜਦੋਂ ਕਿ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦੋਸਤੋ, ਆਪਣੇ ਆਪ ਦੇ ਵਿੱਚ ਉਹ ਲੋਕ ਨੇ ਜਿਹੜੇ ਕਿਤੇ ਤੰਗੀ ਤੁਰਸੀ ਦਾ ਜੀਵਨ ਬਤੀਤ ਕਰ ਰਹੇ ਨੇ ਤੇ ਚੰਗੇ ਜੀਵਨ ਦੀ ਤਲਾਸ਼ ਦੇ ਵਿੱਚ, ਭਵਿੱਖ ਦੀ ਤਲਾਸ਼ ਦੇ ਵਿੱਚ ਉੱਥੋਂ ਨਿਕਲ ਤੁਰਦੇ ਨੇ, ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾ ਦਿੰਦੇ ਆ। ਅਗਲੀ ਜਿਹੜੀ ਖਬਰ ਹੈ, ਇਹ ਕਈ ਵਾਰੀ ਹਾਸੇ ਦਾ ਤਮਾਸ਼ਾ ਕਿਵੇਂ ਬਣਦਾ ਹੈ, ਸਾਨੂੰ ਇੱਕ ਸੇਧ ਦੇ ਕੇ ਜਾਵੇਗੀ ਖਬਰ। ਮੈਂ ਕੁਝ ਕੁ ਦਿਨ ਪਹਿਲਾਂ ਸਰੀ ਦੀ ਵੀ ਇਸ ਤਰ੍ਹਾਂ ਦੀ ਇੱਕ ਖਬਰ ਸਾਂਝੀ ਕੀਤੀ ਸੀ ਕਿ ਕਈ ਵਰੇ ਪਹਿਲਾਂ ਇੱਥੋਂ ਦੇ ਇੱਕ ਮੰਦਿਰ ਦੇ ਵਿੱਚ ਇਸੇ ਤਰ੍ਹਾਂ ਬਰਾਤ ਚੜ੍ਹਾਈ ਜਾ ਰਹੀ ਸੀ। ਜਦੋਂ ਬੈਂਡ ਵਾਜਾ ਵੱਜਿਆ, ਘੋੜੀ ਡਰ ਗਈ ਤੇ ਘੋੜੀ ਭੱਜ ਗਈ ਤੇ ਜਿਹੜੇ ਲੋਕ ਰਿਸ਼ਤੇਦਾਰ ਸੱਦੇ ਹੋਏ ਸੀ, ਮਿੱਤਰ ਸੱਦੇ ਹੋਏ ਸੀ, ਉਹਨਾਂ ਵਿੱਚੋਂ ਕਿਸੇ ਨੇ ਵੀਡੀਓ ਬਣਾਈ ਤੇ ਉਸ ਲਾੜੇ ਦੀ ਵਾਇਰਲ ਕਰ ਦਿੱਤੀ ਸੀ ਕਿ ਦੇਖੋ ਵੀ ਖਿਲਾਰੇ ਪੈਂਦੇ। ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਤੇ ਉਹਦੇ ਤੋਂ ਬਾਅਦ ਕਈ ਵਾਰ ਉਹ ਗੱਲ ਕੋਟ ਕੀਤੀ ਹੈ ਕਿ ਤੁਸੀਂ ਇਹ ਦੇਖੋ, ਕੋਈ ਖੁਸ਼ੀ ਦਾ ਮੌਕਾ ਨਹੀਂ,
ਇਹਦਾ ਮਤਲਬ ਤੁਹਾਡੇ ਦੋਸਤ ਕਿਹੋ ਜਿਹੇ, ਤੁਹਾਡੇ ਮਿੱਤਰ ਕਿਹੋ ਜਿਹੇ, ਤੁਹਾਡੇ ਰਿਸ਼ਤੇਦਾਰ ਕਿਹੋ ਜਿਹੇ, ਜਿਹੜੇ ਤੁਹਾਡੇ ਕਿਸੇ ਮਾੜੇ ਸਮੇਂ ਦੀ ਘਟਨਾ ਨੂੰ ਖਿੱਲੀ ਬਣਾਉਣ, ਉਡਾਉਣ, ਵੀਡੀਓ ਬਣਾ ਕੇ ਵਾਇਰਲ ਕਰਨ। ਆਹ ਜਿਹੜੀ ਖਬਰ ਹੈ ਰਾਜਸਥਾਨ ਦੇ ਅਜਮੇਰ ਦੇ ਵਿੱਚੋਂ ਮਿਲੀ ਹੈ, ਜਿੱਥੇ ਵਿਆਹ ਹੋ ਰਿਹਾ ਸੀ। ਲਾੜੇ ਨੂੰ ਘੋੜੀ ਤੇ ਬਿਠਾਇਆ ਗਿਆ ਸੀ, ਪਰ ਘੋੜੀ ਦੌੜ ਗਈ। ਬਾਅਦ ਦੇ ਵਿੱਚ ਬਾਈਕ ਲੈ ਕੇ, ਮੋਟਰਸਾਈਕਲ ਲੈ ਕੇ ਲਾੜੇ ਨੂੰ ਲੱਭਿਆ ਗਿਆ ਤੇ ਲਗਭਗ 4 ਕਿਲੋਮੀਟਰ ਦੂਰ ਜਾ ਕੇ ਘੋੜਾ ਜਾਂ ਘੋੜੀ ਕਵਾਂ, ਘੋੜੀ ਤੇ ਲਾੜਾ ਮਿਲੇ ਨੇ। ਪਰ ਚੰਗੀ ਗੱਲ ਇਹ ਰਹੀ ਕਿ ਇਸ ਦੁਰਘਟਨਾ ਦੇ ਵਿੱਚ ਲਾੜੇ ਨੂੰ ਸੱਟ ਨਹੀਂ ਲੱਗੀ, ਪਰ ਉਹਦੀ ਹਾਲਤ ਜ਼ਰੂਰ ਖਰਾਬ ਸੀ। ਪਤਾ ਇਹ ਲੱਗਿਆ ਕਿ ਅਸਲ ਦੇ ਵਿੱਚ ਘੋੜੀ ਨੂੰ ਪਟਾਕਿਆਂ ਦੀ ਆਵਾਜ਼ ਸੁਣੀ ਤੇ ਘੋੜੀ ਉਹ ਪਟਾਕਿਆਂ ਦੀ ਆਵਾਜ਼ ਸੁਣ ਕੇ ਡਰ ਗਈ। ਉੱਥੋਂ ਦਾ ਇੱਕ ਆਮ ਰੀਤੀ ਰਿਵਾਜ਼ ਹੈ, ਉਸ ਦੇ ਮੁਤਾਬਕ ਲਾੜੇ ਨੂੰ ਘੋੜੀ ਤੇ ਬਿਠਾ ਕੇ ਵਿਆਹ ਦੀਆਂ ਰਸਮਾਂ ਉਸ ਵਕਤ ਪੂਰੀਆਂ ਕੀਤੀਆਂ ਜਾ ਰਹੀਆਂ ਸੀ। ਇਸੇ ਦੌਰਾਨ ਇੱਕ ਬੱਚੇ ਨੇ ਉੱਥੇ ਪਟਾਕਾ ਚਲਾ ਦਿੱਤਾ। ਪਟਾਕਾ ਚੱਲਣ ਦੀ ਆਵਾਜ਼ ਸੁਣ ਕੇ ਘੋੜੀ ਡਰ ਗਈ। ਘੋੜੀ ਇੰਜ ਦੌੜੀ ਕਿ ਲਾੜਾ ਜਿਹੜਾ ਭਾਵ ਉਹਦੇ ਉੱਤੇ ਸਵਾਰ ਸੀ, ਬੜੀ ਉਹਨੇ ਕੋਸ਼ਿਸ਼ ਕੀਤੀ, ਕਿਉਂਕਿ ਅਸੀਂ ਅਣਜਾਣ ਹੁੰਦੇ ਆ। ਇਹ ਤਾਂ ਹੁੰਦਾ ਕਿ ਚਲੋ ਅੱਜ ਸ਼ਗਨ ਪੂਰੇ ਕਰ ਲਾਂਗੇ, ਪਰ ਅਸੀਂ ਕੋਈ ਚੰਗੇ ਘੋੜਸਵਾਰ ਨਹੀਂ। ਉਹ ਲਗਾਤਾਰ ਕੋਸ਼ਿਸ਼ ਕਰਦਾ ਰਿਹਾ, ਘੋੜੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਆਖਰ ਪਤਾ ਲੱਗਿਆ ਕਿ 4 ਕਿਲੋਮੀਟਰ ਤੱਕ ਘੋੜੀ ਦੌੜਦੀ ਰਹੀ ਤੇ ਉਹ ਨੌਜਵਾਨ ਘੋੜੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ। ਘੋੜੀ ਜਦ ਥੋੜੀ ਬਹੁਤੀ ਹੰਭੀ, ਹੌਲੀ ਹੋਈ, ਫਿਰ ਉਹਨੇ ਜਾ ਕੇ ਘੋੜੀ ਤੋਂ ਛਾਲ ਮਾਰੀ। ਜਿੱਥੇ ਜਾ ਕੇ ਘੋੜੀ ਤੇ ਲਾੜਾ ਖੜੇ ਸਨ, ਉੱਥੇ ਜਾ ਕੇ ਫਿਰ ਮੋਟਰਸਾਈਕਲ ਸਵਾਰ ਪਹੁੰਚੇ, ਗੱਡੀ ਸੱਦੀ ਗਈ, ਕਾਰ ਦੇ ਵਿੱਚ ਬਿਠਾ ਕੇ ਇਹਨੂੰ ਵਾਪਸ ਲਿਆਂਦਾ ਗਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੀ ਵੀਡੀਓ ਫੁਟੇਜ ਆ ਉਹ ਵੀ ਵਾਇਰਲ ਹੋਈ ਹੈ। ਇਸ ਵੀਡੀਓ ਨੂੰ ਦੇਖਣ ਵਾਲੇ ਲੋਕ ਤਰ੍ਹਾਂ ਦੇ ਕਮੈਂਟ ਕਰ ਰਹੇ ਆ, ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਆ। ਕਈ ਲੋਕ ਲਾੜੇ ਦੀ ਹਾਲਤ ਨੂੰ ਲੈ ਕੇ ਚਿੰਤਾ ਪ੍ਰਗਟਾ ਰਹੇ ਨੇ ਤੇ ਕਈ ਮਜ਼ਾਕ ਉਡਾ ਰਹੇ ਨੇ। ਪਰ ਇਹ ਦੁਰਘਟਨਾ ਜਾਂ ਇਹ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ, ਪਰ ਇਹ ਸਿੱਖਿਆ ਸਾਨੂੰ ਕੀ ਦਿੰਦੀ ਹੈ? ਪਹਿਲੀ ਗੱਲ, ਜੇ ਸਾਨੂੰ ਘੋੜੀ ਚੰਗੇ ਤਰੀਕੇ ਨਾਲ ਉਹਦੇ ਤੇ ਸਵਾਰੀ ਨਹੀਂ ਕਰਨੀ ਆਉਂਦੀ, ਨਾ ਕਰੋ। ਦੂਸਰੀ ਗੱਲ, ਜੇ ਤੁਸੀਂ ਸ਼ਗਨ ਪੂਰੇ ਕਰਨੀ ਹੈ ਤਾਂ ਘੱਟੋ ਘੱਟ ਸਭ ਨੂੰ ਇਹ ਕਹਿ ਕੇ ਰੱਖੋ ਕਿ ਭਾਈ ਇੱਥੇ ਕੋਈ ਫੈਰ ਨਾ ਕੀਤਾ ਜਾਵੇ, ਕੋਈ ਪਟਾਕਾ ਨਾ ਚਲਾਇਆ ਜਾਵੇ, ਕੋਈ ਬੈਂਡ ਵਾਜਾ ਨਾ ਵਜਾਇਆ ਜਾਵੇ। ਵੈਸੇ ਜਿਹੜੀਆਂ ਇਹ ਘੋੜੀਆਂ ਨੇ ਟ੍ਰੇਨਡ ਕੀਤੀਆਂ ਹੁੰਦੀਆਂ ਨੇ, ਪਰ ਫਿਰ ਵੀ ਜਾਨਵਰ ਹੈ, ਪਸ਼ੂ ਹੈ, ਡਰ ਸਕਦਾ ਹੈ। ਆਹ ਘੋੜੀ ਵੀ ਡਰ ਦੇ ਮਾਰੇ ਭੱਜੀ ਹੈ। ਆਹ ਜਿਹੜੀ ਹੁਣ ਅਗਲੀ ਖਬਰ ਹੈ, ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਤੇ ਮੰਦਭਾਗੀ ਖਬਰ ਹੈ। ਮਾਨਯੋਗ ਅਦਾਲਤ ਨੇ ਇੱਕ ਦੋਸ਼ੀ ਨੂੰ ਬਹੁਤ ਨਵੇਕਲੀ ਅਤੇ ਸਖਤ ਸਜ਼ਾ ਸੁਣਾਈ ਹੈ। ਜਾਣਕਾਰੀ ਦੇ ਅਨੁਸਾਰ ਲਗਭਗ 2.5 ਵਰ੍ਹੇ ਪਹਿਲਾਂ 84 ਵਰ੍ਹਿਆਂ ਦੀ ਇੱਕ ਬਜ਼ੁਰਗ ਮਹਿਲਾ ਦਾ ਜ਼ਬਰ ਜਨਾਹ ਕੀਤਾ ਗਿਆ। ਉਹਦੇ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ, ਹੱਤਿਆ ਕਰ ਦਿੱਤੀ ਗਈ ਸੀ। ਮਾਮਲਾ ਬੜਾ ਹੈਰਾਨੀਜਨਕ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਮਾਨਯੋਗ ਅਦਾਲਤ ਨੇ ਨਿਪਟਾਰਾ ਕੀਤਾ ਹੈ। ਗੁਰਦਾਸਪੁਰ ਦੀ ਸੈਸ਼ਨ ਅਦਾਲਤ ਨੇ ਇੱਕ ਨੇਪਾਲੀ ਨਾਗਰਿਕ ਨੂੰ 25 ਸਾਲ ਦੀ ਸਖਤ ਸਜ਼ਾ ਕੱਟਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹੁਣ ਫੈਸਲਾ ਆਪਣੇ ਆਪ ਦੇ ਵਿੱਚ ਅਜੀਬ ਹੈ। ਜਿਸ ਵਿਅਕਤੀ ਨੂੰ ਸਜ਼ਾ ਦਿੱਤੀ ਗਈ ਉਹਦਾ ਨਾਮ ਹੈ ਸਤਿੰਦਰ ਰਾਉਤ। ਇਸ ਵਿਅਕਤੀ ਦੇ ਖਿਲਾਫ ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਵਿੱਚ 20 ਮਾਰਚ ਤੇ ਸਾਲ 2019 ਨੂੰ IPC ਦੀ ਧਾਰਾ 450, 376 ਦੀ ਉਪ ਧਾਰਾ 1 ਅਤੇ 302 ਦੇ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਦੇ ਦੱਸਣ ਦੇ ਮੁਤਾਬਕ ਨੇਪਾਲੀ ਨਾਗਰਿਕ ਸਤਿੰਦਰ ਰਾਉਤ ਥਾਣਾ ਭੈਣੀ ਮੀਆਂ ਖਾਂ ਅਧੀਨ ਆਉਂਦੇ ਇੱਕ ਪਿੰਡ ਤੇ ਉਹਦੇ ਸਰਪੰਚ ਦੇ ਘਰ ਕੰਮ ਕਰਦਾ ਸੀ। ਇਸੇ ਦੌਰਾਨ 19 ਅਤੇ 20 ਮਾਰਚ ਦੀ ਦਰਮਿਆਨੀ ਰਾਤ ਨੂੰ ਉਹ ਇੱਕ ਘਰ ਦੇ ਵਿੱਚ ਦਾਖਲ ਹੁੰਦਾ ਹੈ। ਉੱਥੇ ਇੱਕ 84 ਵਰ੍ਹਿਆਂ ਦੀ ਬਜ਼ੁਰਗ ਮਹਿਲਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ ਤੇ ਬਾਅਦ ਦੇ ਵਿੱਚ ਇੱਥੇ ਹੀ ਨਹੀਂ ਸਾਰਦਾ, ਬੇਦਰਦੀ ਦੇ ਨਾਲ ਉਸ ਬਜ਼ੁਰਗ ਦਾ ਉਹ ਕਤਲ ਕਰ ਦਿੰਦਾ ਹੈ। 20 ਮਾਰਚ ਨੂੰ ਇਹਦੀ ਸੂਚਨਾ ਪੁਲਿਸ ਨੂੰ ਮਿਲਦੀ ਹੈ। ਪੁਲਿਸ ਪਾਰਟੀ ਮੌਕਾ ਦੇਖਣ ਪਹੁੰਚਦੀ ਹੈ, ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਂਦੀ ਹੈ ਤੇ ਪੁਲਿਸ ਨੇ ਮੁਲਜ਼ਮ ਸਤਿੰਦਰ ਰਾਉਤ ਨੂੰ ਵੀ ਉਸੇ ਦਿਨ ਗ੍ਰਿਫਤਾਰ ਕਰ ਲਿਆ ਸੀ। ਹੁਣ ਸਵਾਲ ਉੱਠਦਾ ਹੈ ਕਿ ਉਹਦਾ ਪਤਾ ਕਿਵੇਂ ਲੱਗਿਆ ਕਿ ਇਸੇ ਬੰਦੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਜਦੋਂ ਪੁਲਿਸ ਨੇ ਜਾਂਚ ਕੀਤੀ, ਪੜਤਾਲ ਕੀਤੀ, ਪਤਾ ਲੱਗਿਆ ਕਿ ਮੈਜਿਸਟ੍ਰੇਟ ਦੀ ਮਨਜ਼ੂਰੀ ਮਿਲੀ ਸੀ। ਉਹਦੇ ਤੋਂ ਬਾਅਦ ਜਿਸ ਔਰਤ ਦਾ 84 ਵਰ੍ਹਿਆਂ ਦਾ ਕਤਲ ਕੀਤਾ ਗਿਆ ਸੀ, ਉਹਦੇ ਨੋਹਾਂ ਦੇ ਵਿੱਚ ਕੁਝ ਵਾਲ ਫਸੇ ਹੋਏ ਸੀ, ਕੁਝ ਕੱਪੜਿਆਂ ਦੇ ਜੈਕਟ ਦੇ ਟੁਕੜੇ ਸੀ। ਖੂਨ ਦੇ ਨਮੂਨੇ ਲੈ ਕੇ ਲੈਬੋਰੇਟਰੀ ਦੇ ਵਿੱਚ ਜਾਂਚ ਕੀਤੀ ਗਈ ਤੇ ਨਮੂਨਿਆਂ ਤੋਂ ਬਾਅਦ DNA ਦੀ ਸੈਂਪਲਿੰਗ ਹੋਈ। ਪਤਾ ਲੱਗਿਆ ਕਿ ਉਹ ਸਤਿੰਦਰ ਰਾਉਤ ਦੇ DNA ਦੇ ਨਾਲ ਮੈਚ ਕਰ ਗਏ ਸਨ। ਤਾਂ ਉਹਦੇ ਤੋਂ ਪਤਾ ਲੱਗ ਗਿਆ ਕਿ ਐਸੇ ਹੀ ਵਿਅਕਤੀ ਦਾ ਇਹ ਕਾਰਨਾਮਾ ਕੀਤਾ ਹੋਇਆ ਹੈ।
ਗੁਰਦਾਸਪੁਰ ਦੀ ਸੈਸ਼ਨ ਜੱਜ ਸ਼੍ਰੀਮਤੀ ਰਮੇਸ਼ ਕੁਮਾਰੀ ਦੀ ਅਦਾਲਤ, ਉਹਨਾਂ ਦੀ ਅਦਾਲਤ ਦੇ ਵਿੱਚ ਇਸ ਕੇਸ ਦੀ ਸੁਣਵਾਈ ਚੱਲ ਰਹੀ ਸੀ। ਕੋਵਿਡ-19 ਚੱਲ ਰਿਹਾ ਸੀ, ਕੁਝ ਬੰਦਿਸ਼ਾਂ ਲੱਗੀਆਂ ਹੋਈਆਂ ਸੀ, ਬਹੁਤੀਆਂ ਸੁਣਵਾਈਆਂ ਵਰਚੁਅਲ ਹੋਈਆਂ ਨੇ। ਸਬੂਤ ਕੀ ਸੀ, ਗਵਾਹ ਕੀ ਸੀ, ਸਬੂਤਾਂ ਤੇ ਗਵਾਹਾਂ ਦੇ ਆਧਾਰ ਤੇ ਸੈਸ਼ਨ ਅਦਾਲਤ ਨੇ ਮੁਲਜ਼ਮ ਸਤਿੰਦਰ ਰਾਊਤ ਨੂੰ ਜ਼ਬਰ ਜਨਾਹ ਅਤੇ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਤੇ ਹੁਣ ਫੈਸਲਾ ਸੁਣਾਇਆ ਗਿਆ। ਮਾਨਯੋਗ ਅਦਾਲਤ ਨੇ ਬਹੁਤ ਅਹਿਮ ਟਿੱਪਣੀਆਂ ਕੀਤੀਆਂ। ਉਹਨਾਂ ਕਿਹਾ ਕਿ ਦੋਸ਼ੀ ਨੇ ਜਿਹੜਾ ਕਾਰਾ ਕੀਤਾ ਹੈ ਇਹ ਬੇਹੱਦ ਘਿਨਾਉਣਾ ਹੈ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਇਸ ਕਾਰਨਾਮੇ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਇੱਕ ਮਹਿਲਾ ਇੱਕ ਘਰ ਦੀ ਚਾਰ ਦੀਵਾਰੀ ਦੇ ਅੰਦਰ ਵੀ ਸੁਰੱਖਿਅਤ ਨਹੀਂ, ਉਹ ਭਾਵੇਂ ਉਮਰ ਦੇ ਆਖਰੀ ਪੜਾਅ ਵਿੱਚ ਹੀ ਕਿਉਂ ਨਾ ਹੋਵੇ। ਬਹੁਤ ਅਹਿਮ ਤੇ ਗੰਭੀਰ ਟਿੱਪਣੀਆਂ ਨੇ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹੇ ਗੁਨਾਹਗਾਰ ਵਾਸਤੇ ਕੋਈ ਧਰਮ, ਕੋਈ ਜਾਤ, ਕੋਈ ਰੰਗ, ਕੋਈ ਨਸਲ, ਕੋਈ ਧਰਮ, ਕੋਈ ਉਮਰ ਅਰਥ ਨਹੀਂ ਰੱਖਦੇ। ਮਾਨਯੋਗ ਸੈਸ਼ਨ ਜੱਜ ਨੇ ਸਰਕਾਰੀ ਵਕੀਲ ਨੇ ਕਿਹਾ ਸੀ ਕਿ ਇਹਨੂੰ ਫਾਂਸੀ ਦਿੱਤੀ ਜਾਵੇ। ਫਾਂਸੀ ਦਿੱਤੇ ਜਾਣ ਦੀ ਮੰਗ ਤਾਂ ਠੁਕਰਾ ਦਿੱਤੀ, ਨਕਾਰ ਦਿੱਤੀ, ਪਰ ਦੋਸ਼ੀ ਨੂੰ ਇੱਕ ਨਵੇਕਲੀ ਤੇ ਸਖਤ ਸਜ਼ਾ ਸੁਣਾਈ ਹੈ। ਵੱਖੋ ਵੱਖ ਜਿਹੜੀਆਂ ਧਾਰਾਵਾਂ ਐਡ ਕੀਤੀਆਂ ਗਈਆਂ ਸੀ ਉਹਨਾਂ ਦੇ ਮੁਤਾਬਕ ਸਜ਼ਾ ਸੁਣਾਈ ਕਿ ਧਾਰਾ 450 ਦੇ ਦੋਸ਼ ਦੇ ਵਿੱਚ ਦੋਸ਼ੀ ਵਿਅਕਤੀ ਰਾਊਤ ਨੂੰ 10 ਸਾਲ ਦੀ ਕੈਦ, 10,000 ਜੁਰਮਾਨਾ। ਇਸ ਤੋਂ ਬਾਅਦ ਧਾਰਾ 376 ਦੀ ਉਪ ਧਾਰਾ 1 ਦੇ ਤਹਿਤ ਇਸ ਵਿਅਕਤੀ ਨੂੰ 15 ਸਾਲ ਦੀ ਕੈਦ ਅਤੇ 10,000 ਜੁਰਮਾਨਾ। ਕਤਲ ਦੀ ਧਾਰਾ ਲੱਗੀ ਸੀ 302 ਦੇ ਤਹਿਤ ਉਮਰ ਕੈਦ। ਇਸ ਫੈਸਲੇ ਨੂੰ ਮੈਂ ਨਵੇਕਲਾ ਕਿਉਂ ਕਹਿਣਾ ਹੈ, ਇਹਦਾ ਅਹਿਮ ਫੈਸਲਾ ਇਹ ਹੈ ਕਿ ਸਾਰੀਆਂ ਸਜ਼ਾਵਾਂ ਇੱਕ ਤੋਂ ਬਾਅਦ ਇੱਕ ਚੱਲਣਗੀਆਂ, ਇਕੱਠੀਆਂ ਨਹੀਂ ਚੱਲਣਗੀਆਂ। ਫਿਰ ਇਸ ਫੈਸਲੇ ਦਾ ਅਰਥ ਇਹ ਨਿਕਲਦਾ ਹੈ ਕਿ ਦੋਸ਼ੀ ਨੂੰ ਪਹਿਲਾਂ 10 ਸਾਲ, ਫਿਰ 15 ਸਾਲ, ਭਾਵ 25 ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਅਖੀਰ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟਣੀ ਪਏਗੀ। ਇਹ ਆਪਣੇ ਆਪ ਦੇ ਵਿੱਚ ਤਿਲ ਤਿਲ ਕਰਕੇ ਮਰੇਗਾ ਅਤੇ ਪੈਰ ਪੈਰ ਤੇ ਪਛਤਾਵੇਗਾ। ਅਗਲੀ ਜਿਹੜੀ ਖਬਰ ਹੈ ਕਿਸਾਨੀ ਸੰਸਦ ਦੇ ਵਿੱਚੋਂ ਨਿਕਲੀ ਖਬਰ ਹੈ। ਕਿਸਾਨਾਂ ਨੇ ਆਪਣੇ ਖੇਤੀਬਾੜੀ ਮੰਤਰੀ ਤੋਂ ਅਸਤੀਫਾ ਲੈ ਲਿਆ। ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਸੀ ਕਿ ਭਾਈ ਸਾਡਾ ਪ੍ਰੋਗਰਾਮ ਇਹ ਹੈ ਕਿ ਅਸੀਂ ਕਿਸਾਨ ਸੰਸਦ ਲਾਵਾਂਗੇ। ਕਈ ਮੀਟਿੰਗਾਂ ਕਰਨ ਤੋਂ ਬਾਅਦ ਕਿਸਾਨਾਂ ਨੂੰ ਆਗਿਆ ਮਿਲ ਗਈ ਸੀ ਭਾਈ ਚਲੋ ਜੰਤਰ ਮੰਤਰ ਦੇ ਉੱਤੇ 200 ਬੰਦੇ ਜਾਇਆ ਕਰਨਗੇ ਤੇ ਉੱਥੇ ਆਪਣੀ ਕਿਸਾਨ ਸੰਸਦ ਲਾ ਲਿਆ ਕਰਨ। ਹੁਣ ਜੰਤਰ ਮੰਤਰ ਤੇ ਇਹ ਲਗਾਤਾਰ ਸੈਸ਼ਨ ਉਹਨਾਂ ਦੇ ਚੱਲ ਰਹੇ ਨੇ। ਦੂਸਰੇ ਦਿਨ ਦੀ ਜਿਹੜੀ ਕਾਰਵਾਈ ਹੋਈ, ਕਿਸਾਨਾਂ ਦੇ ਵਫਦ ਦੇ ਵਿੱਚ 200 ਨੁਮਾਇੰਦੇ ਉੱਥੇ ਗਏ, ਬੱਸਾਂ ਵਿੱਚ ਸਵਾਰ ਹੋ ਕੇ ਪਹੁੰਚੇ, ਨੁਮਾਇੰਦਿਆਂ ਨੇ ਹਿੱਸਾ ਵੀ ਲਿਆ। ਉਹਨਾਂ ਦੇ ਵੱਲੋਂ ਉੱਥੇ ਇੱਕ ਖੇਤੀਬਾੜੀ ਮੰਤਰੀ ਵੀ ਥਾਪਿਆ ਗਿਆ ਤੇ ਉਹਦਾ ਨਾਂ ਰਵਨੀਤ ਸਿੰਘ ਬਰਾੜ, ਤੇ ਬਾਅਦ ਦੇ ਵਿੱਚ ਬਰਾੜ ਸਾਹਿਬ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਪਿਆ। ਦੇਣਾ ਕਿਉਂ ਪਿਆ, ਇਹ ਸਵਾਲ ਬਹੁਤ ਅਹਿਮ ਹੈ, ਕਿਉਂਕਿ ਪ੍ਰਾਈਵੇਟ ਮੰਡੀਆਂ ਅਤੇ APMC ਮੰਡੀਆਂ ਭੰਗ ਕਰਨ ਵਾਲੇ ਜਿਹੜੇ ਫਾਰਮਰਜ਼ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਕਾਨੂੰਨ ਹੈ, ਉਹਦੇ ਤਹਿਤ ਜਦੋਂ ਸਵਾਲ ਪੁੱਛੇ ਗਏ ਇਸ ਖੇਤੀ ਮੰਤਰੀ ਤੋਂ ਤੇ ਉਹ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ ਕਿਸਾਨਾਂ ਨੂੰ। ਕਿਸਾਨਾਂ ਨੇ ਇੱਕ ਸੰਕੇਤਕ ਕਾਰਵਾਈ ਕਰਦੇ ਹੋਏ ਕੇਂਦਰ ਸਰਕਾਰ ਨੂੰ ਆਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਕਿਸੇ ਮੰਤਰੀ ਕੋਲ ਸਵਾਲ ਦਾ ਜਵਾਬ ਨਾ ਹੋਵੇ, ਕੋਈ ਸੰਸਦ ਮੈਂਬਰ ਪੁੱਛੇ, ਤਾਂ ਉਹਦੀ ਕਾਰਵਾਈ ਕੀ ਹੋਣੀ ਚਾਹੀਦੀ ਹੈ ਕਿ ਭਾਈ ਤੂੰ ਆਪਣਾ ਕੰਮ ਸੁਚੱਜੇ ਤਰੀਕੇ ਨਾਲ ਕਰ ਨਹੀਂ ਰਿਹਾ, ਤੇਰੇ ਤੋਂ ਇਹ ਕੰਮ ਹੋ ਨਹੀਂ ਰਿਹਾ, ਤੂੰ ਇਸ ਕੰਮ ਦੇ ਲਾਇਕ ਨਹੀਂ, ਤੂੰ ਅਸਤੀਫਾ ਦੇ। ਕਿਸਾਨਾਂ ਨੇ ਜਦੋਂ ਉਹਨਾਂ ਤੋਂ ਸਵਾਲ ਪੁੱਛੇ, ਬਰਾੜ ਸਾਹਿਬ ਨੂੰ ਸਵਾਲਾਂ ਦੇ ਜਵਾਬ ਨਹੀਂ ਆਏ ਤੇ ਸੰਕੇਤਕ ਤਰੀਕੇ ਨਾਲ ਕੇਂਦਰ ਸਰਕਾਰ ਨੂੰ ਦੱਸ ਦਿੱਤਾ ਕਿ ਜਿਹਨੂੰ ਜਵਾਬ ਨਾ ਆਉਂਦੇ ਹੁਣ ਅਸਤੀਫਾ ਦੇ। ਉਹ ਕਹਿੰਦੇ ਕਿ ਦੱਸੋ ਕਿ ਕਿਸਾਨਾਂ ਦਾ ਜਿਹੜਾ ਵਾਰ-ਵਾਰ ਇਹ ਕਹਿਣਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਇਹ ਮੰਗ ਕਿਉਂ ਨਾ ਮੰਨੀ ਜਾਵੇ। ਤੇ ਨਾਲ ਕਿਸਾਨ ਸੰਸਦ ਨੇ ਪੀਪਲਜ਼ ਜਿਹੜਾ ਵਿਪ ਸੀ ਉਹਦੀ ਉਲੰਘਣਾ ਕਰਨ ਵਾਲੇ ਜਿਹੜੇ ਸੰਸਦ ਮੈਂਬਰ ਗੈਰ ਹਾਜ਼ਰ ਰਹੇ ਨੇ, ਉਹਨਾਂ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਨੇ, ਉਹਨਾਂ ਵਾਸਤੇ ਆਪਣੀ ਸੰਸਦ ਦੇ ਵਿੱਚ ਨਿਖੇਧੀ ਮਤਾ ਵੀ ਪਾਸ ਕੀਤਾ, ਕਿਉਂਕਿ ਕਾਂਗਰਸ ਦੇ ਕੁਝ ਸੰਸਦ ਮੈਂਬਰ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਪਹੁੰਚੇ, ਸੰਸਦ ਦੇ ਵਿੱਚੋਂ ਗੈਰ ਹਾਜ਼ਰ ਰਹੇ। ਕਿਸਾਨ ਸੰਸਦ ਦੇ ਵਿੱਚ ਇਹਨਾਂ ਦੇ ਖਿਲਾਫ ਨਿੰਦਾ ਮਤਾ ਪਾਸ ਕੀਤਾ ਗਿਆ। ਉਹ ਕਹਿੰਦੇ ਜਦੋਂ ਅਸੀਂ ਕਿਹਾ ਸੀ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਸਮਾਗਮ ਦੇ ਵਿੱਚ ਹਿੱਸਾ ਲੈਣਾ ਲਾਜ਼ਮੀ ਸੀ, ਜਾਂ ਅਸੀਂ ਇਹ ਮੈਂਬਰ ਪਾਰਲੀਮੈਂਟ ਇਸ ਕਰਕੇ ਚੁਣੇ ਸੀ ਕਿ ਸਾਡੀ ਆਵਾਜ਼ ਸੰਸਦ ਦੇ ਵਿੱਚ ਜਾ ਕੇ ਬੁਲੰਦ ਕਰਨ। ਕਿਸਾਨ ਸੰਸਦੀ ਕਾਰਵਾਈ ਦੇ ਵਿੱਚ ਪ੍ਰਸ਼ਨ ਕਾਲ ਵੀ ਰੱਖਿਆ ਗਿਆ, ਜਿਸ ਤਰ੍ਹਾਂ ਅਸਲ ਸੰਸਦ ਵਿੱਚ ਹੁੰਦਾ ਹੈ।
ਬਹਿਸ ਵੀ ਹੋਈ। APMC ਬਾਈਕਾਟ ਐਕਟ ਦੇ ਆਲੇ ਦੁਆਲੇ ਇਹ ਬਹਿਸ ਘੁੰਮਦੀ ਰਹੀ। ਬਰਾੜ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ। ਸਵਾਲ ਪੁੱਛੇ ਗਏ, ਦੱਸੋ ਬਈ, ਕਿ ਅਮਰੀਕਾ ਦਾ ਫੇਲ ਮਾਡਲ ਜਿਹਨੇ ਛੋਟੀ ਤੇ ਦਰਮਿਆਨੀ ਕਿਸਾਨੀ ਖਤਮ ਕਰ ਦਿੱਤੀ ਸੀ, ਉਹਨੂੰ ਤੁਸੀਂ ਭਾਰਤ ਦੇ ਵਿੱਚ ਕਿਉਂ ਲਾਗੂ ਕਰਨਾ ਚਾਹੁੰਦੇ ਹੋ? ਇਹ ਸਵਾਲ ਪੁੱਛਿਆ ਗਿਆ ਰਵਨੀਤ ਬਰਾੜ ਨੂੰ। ਪੁੱਛਿਆ ਗਿਆ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਿਉਂ ਨਹੀਂ ਕਰ ਸਕੇ ਤੁਸੀਂ, ਇਹ ਦੱਸੋ। ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਰੰਟੀ ਕਰਕੇ ਤੁਸੀਂ ਸਿਰਫ 6% ਕਿਸਾਨਾਂ ਨੂੰ ਇਹਦਾ ਲਾਭ ਕਿਉਂ ਦੇ ਰਹੇ ਹੋ? ਸਮੁੱਚੀ ਕਿਸਾਨੀ ਨੂੰ ਤੁਹਾਡੇ ਇਸ ਕਾਨੂੰਨ ਦਾ ਲਾਭ ਕਿਉਂ ਨਹੀਂ ਹੋ ਰਿਹਾ? ਸਮੁੱਚੀ ਕਿਸਾਨੀ ਤੋਂ ਤੁਸੀਂ ਉਹਦਾ ਹੱਕ ਕਿਉਂ ਖੋਣਾ ਚਾਹੁੰਦੇ ਹੋ? ਕਿਸੇ ਵੀ ਸਵਾਲ ਦਾ ਜਵਾਬ ਦੇਣ ਵਿੱਚ ਜਦੋਂ ਅਸਮਰੱਥ ਰਹੇ ਕਿਸਾਨਾਂ ਦੇ ਖੇਤੀ ਮੰਤਰੀ, ਤਾਂ ਨੈਤਿਕ ਤੌਰ ਤੇ ਉਹਨਾਂ ਨੇ ਫਿਰ ਅਸਤੀਫਾ ਦਿੱਤਾ ਤੇ ਇੱਕ ਕਿਸਾਨੀ ਸੰਘਰਸ਼ ਦਾ ਫਿਰ ਹਿੱਸਾ ਬਣਦਾ ਉਹਨਾਂ ਨੇ ਫੈਸਲਾ ਕੀਤਾ ਕਿ ਆਹ ਲਓ ਮੰਤਰੀ ਉਹਦੇ ਤੋਂ ਮੈਂ ਅਸਤੀਫਾ ਦਿੰਦਾ, ਅੱਜ ਤੋਂ ਮੈਂ ਤੁਹਾਡੇ ਸੰਘਰਸ਼ ਦਾ ਇੱਕ ਮੈਂਬਰ ਬਣਿਆ, ਜਿਸ ਦਾ ਅੱਜ ਕਿਸਾਨੀ ਸੰਸਦ ਵਿੱਚ ਐਲਾਨ ਕੀਤਾ ਗਿਆ। ਇਸ ਬਹਿਸ ਦੇ ਵਿੱਚ ਕੁੱਲ 52 ਕਿਸਾਨਾਂ ਵੱਲੋਂ ਥਾਪੇ ਗਏ ਸੰਸਦ ਮੈਂਬਰਾਂ ਨੇ ਹਿੱਸਾ ਲਿਆ ਤੇ ਨਾਲ ਇਸ ਸੰਸਦ ਮੈਂਬਰਾਂ ਨੇ ਕੁਝ ਨਿੰਦਾ ਪ੍ਰਸਤਾਵ ਪਾਸ ਕੀਤੇ, ਕੁਝ ਬਹਿਸ ਖੁੱਲ੍ਹ ਖੁਲਾ ਕੇ ਕੀਤੀ ਅਤੇ APMC ਬਾਈਪਾਸ ਐਕਟ ਤੇ 2 ਦਿਨਾਂ ਦੀ ਬਹਿਸ ਦੇ ਅੰਤ ਦੇ ਵਿੱਚ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਗਿਆ। ਮਤੇ ਵਿੱਚ ਕੇਂਦਰੀ ਕਾਨੂੰਨ ਨੂੰ ਤੁਰੰਤ ਰੱਦ ਕਰਨ ਦੀ ਮੰਗ ਰੱਖੀ ਗਈ। ਸੂਬਾ ਸਰਕਾਰਾਂ ਨੂੰ ਅਜਿਹੇ ਸੁਧਾਰ ਲਿਆਉਣ ਵਾਸਤੇ ਆਖਿਆ ਗਿਆ ਤਾਂ ਜੋ ਕਿਸਾਨੀ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ। ਹੁਣ ਦੂਸਰਾ ਦਿਨ ਸੀ ਜਿਹੜਾ ਸੰਸਦ ਦਾ ਕਿਸਾਨਾਂ ਦੀ ਦਾ ਲੱਗਿਆ, ਉਹਦੇ ਵਿੱਚ ਫੈਸਲਾ ਇਹ ਵੀ ਕੀਤਾ ਗਿਆ ਕਿ ਮੋਰਚੇ ਦੇ 8 ਮਹੀਨੇ ਪੂਰੇ ਹੋਣ ਤੇ ਆਉਣ ਵਾਲੀ 26 ਤਰੀਕ ਨੂੰ ਭਾਵ 26 ਜੁਲਾਈ ਨੂੰ ਕਿਸਾਨ ਔਰਤਾਂ ਸਾਰਾ ਦਿਨ ਸੰਸਦ ਦੀ ਕਾਰਵਾਈ ਚਲਾਉਣਗੀਆਂ। ਸੰਸਦ ਦੇ ਜਿਸ ਤਰ੍ਹਾਂ ਅਸਲ ਰੂਪ ਹੁੰਦਾ ਉਹਦੇ ਵਾਂਗ ਹੀ ਸੰਸਦ ਲਗਾਈ ਗਈ ਹੈ। ਸਵੇਰੇ 11 ਵਜੇ ਸ਼ੁਰੂ ਕਰਦੇ ਆ ਅਤੇ ਸ਼ਾਮ ਨੂੰ 5 ਵਜੇ ਇਹਦੀ ਕਾਰਵਾਈ ਬੰਦ ਕਰ ਦਿੱਤੀ ਜਾਂਦੀ ਹੈ। ਸੈਸ਼ਨ ਚੱਲੇ 3, ਜਿਸ ਤਰ੍ਹਾਂ ਪਹਿਲੇ ਦਿਨ ਚੱਲੇ ਸੀ। ਪਹਿਲੇ ਸੈਸ਼ਨ ਦੇ ਸਪੀਕਰ ਸੀ ਸਾਬਕਾ ਵਿਧਾਇਕ ਹਰਦੇਵ ਸਿੰਘ, ਡਿਪਟੀ ਸਪੀਕਰ ਸਨ ਸਰਦਾਰ ਜਗਤਾਰ ਸਿੰਘ ਬਾਜਵਾ। ਦੂਸਰੇ ਸੈਸ਼ਨ ਦੇ ਵਿੱਚ ਸਪੀਕਰ ਬਣੇ ਜੰਗਵੀਰ ਅਤੇ ਡਿਪਟੀ ਸਪੀਕਰ ਵਜੋਂ ਵੈਂਕਟ ਰਮਈਆ ਨੇ ਸੇਵਾਵਾਂ ਨਿਭਾਈਆਂ। ਜਿਹੜਾ ਤੀਸਰਾ ਸੈਸ਼ਨ ਚੱਲਿਆ, ਤੀਸਰੇ ਤੇ ਆਖਰੀ ਸੈਸ਼ਨ ਦੇ ਵਿੱਚ ਇਹ ਸੇਵਾਵਾਂ ਮੁਕੇਸ਼ ਚੰਦਰ ਅਤੇ ਹਰਪਾਲ ਹੋਰਾਂ ਨੇ ਨਿਭਾਈਆਂ ਨੇ। ਇਸ ਸੈਸ਼ਨ ਦੇ ਵਿੱਚ ਬਿਜਲੀ ਸੋਧ ਬਿੱਲ 2021 ਨੂੰ ਕਾਰੋਬਾਰ ਲਈ ਸੂਚੀਬੱਧ ਵੀ ਕੀਤਾ ਗਿਆ। ਸੋ ਦੋਸਤੋ, ਇਹ ਤਾਂ ਸੀ ਕਿਸਾਨਾਂ ਦੀ ਸੰਸਦ ਦੇ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਕਿ ਕਿਵੇਂ ਮਤੇ ਪਾਸ ਕੀਤੇ ਗਏ, ਕਿਵੇਂ ਅਸਤੀਫੇ ਲਏ, ਕਿਵੇਂ ਨਿੰਦਾ ਮਤੇ ਪਾਸ ਕੀਤੇ ਗਏ। ਤੇ ਹੁਣ ਜਿਹੜੀ ਅਸਲ ਸੰਸਦ ਚੱਲਦੀ ਹੈ ਉਹਦੇ 'ਚ ਕਾਰਵਾਈ ਕੋਈ ਨਹੀਂ ਚੱਲੀ। ਉਹਦੇ 'ਚ ਹੋਏ ਨੇ ਸਿਰਫ ਹੰਗਾਮੇ। ਮੌਨਸੂਨ ਇਜਲਾਸ ਚੱਲ ਰਿਹਾ ਹੈ, ਹਫੜਾ ਦਫੜੀ ਵਾਲਾ ਚੱਲ ਰਿਹਾ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦੇ ਹੱਥੋਂ ਕਾਗਜ਼ ਖੋਹਣ ਦੀ ਖਬਰ ਮੈਂ ਤੁਹਾਡੇ ਨਾਲ ਕੱਲ੍ਹ ਸਾਂਝੀ ਕੀਤੀ ਸੀ। ਕਾਗਜ਼ ਖੋਹ ਲਏ ਸੀ TMC ਦੇ ਸੰਸਦ ਮੈਂਬਰ ਨੇ, ਫਿਰ ਹਵਾ 'ਚ ਵਗਾ ਕੇ ਮਾਰੇ ਸੀ ਤੇ ਉਹਨਾਂ ਦਾ ਨਾਮ ਹੈ ਸ਼ਾਂਤਨੂ ਸੇਨ। ਤੇ ਅੱਜ ਚੱਲੀ ਕਾਰਵਾਈ ਦੇ ਵਿੱਚ ਸਦਨ ਦੇ ਉੱਪਰਲਾ ਜਿਹੜਾ ਸਦਨ ਹੈ, ਉੱਪਰਲਾ ਚੈਂਬਰ ਹੈ ਭਾਵ ਰਾਜ ਸਭਾ, ਰਾਜ ਸਭਾ ਦੇ ਵਿੱਚੋਂ ਉਹਨਾਂ ਦੇ ਇਸ ਵਰਤਾਓ ਦੇ ਕਾਰਨ ਉਹਨਾਂ ਨੂੰ ਪੂਰੇ ਇਸ ਮੌਨਸੂਨ ਸੈਸ਼ਨ ਦੇ ਵਾਸਤੇ ਰਾਜ ਸਭਾ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ, ਮੁਅੱਤਲ ਕਰ ਦਿੱਤਾ ਗਿਆ। ਇਸ ਮੁਅੱਤਲੀ ਤੋਂ ਬਾਅਦ TMC ਦੇ ਸੰਸਦ ਮੈਂਬਰ ਡਰੇਕ ਓਬਰਾਇਨ ਨੇ ਸੰਸਦ ਦੀ ਕਾਰਵਾਈ ਦੇ ਵਿੱਚ ਫਿਰ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ, ਹੰਗਾਮੇ ਕੀਤੇ, ਜਿਸ ਤੋਂ ਬਾਅਦ ਰਾਜ ਸਭਾ ਨੂੰ ਬਾਅਦ ਦੁਪਹਿਰ 12:30 ਵਜੇ ਤੱਕ ਮੁਲਤਵੀ ਕਰਨਾ ਪਿਆ। ਇਹ ਰਾਜ ਸਭਾ ਦੇ ਵਿੱਚ ਨਹੀਂ ਇਕੱਲੇ ਹੰਗਾਮੇ ਹੋਏ, ਲੋਕ ਸਭਾ ਦੇ ਵਿੱਚ ਵੀ ਇੰਝ ਹੀ ਹੰਗਾਮੇ ਹੋਏ। ਰਾਜ ਸਭਾ ਤੇ ਲੋਕ ਸਭਾ ਫਿਰ ਸੋਮਵਾਰ ਤੱਕ ਮੁਲਤਵੀ ਕਰਨੀਆਂ ਪਈਆਂ ਕਿਉਂਕਿ ਵਿਰੋਧੀ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਕੰਮ ਕਰ ਨਹੀਂ ਦੇ ਰਹੇ। ਭਾਜਪਾ ਦੇ ਕੌਮੀ ਪ੍ਰਧਾਨ ਨੇ JP ਨੱਡਾ ਨੇ TMC ਦੇ ਵੱਲੋਂ ਹਾਊਸ ਦੇ ਵਿੱਚ ਜਿਹੜਾ ਹੰਗਾਮਾ ਕੀਤਾ ਗਿਆ ਉਹਦੇ ਤੇ ਕਿਹਾ ਕਿ ਇਹਨਾਂ ਦੀ ਇਹ ਪੁਰਾਣੀ ਪਰੰਪਰਾ ਹੈ। ਉਹਨਾਂ ਨੇ ਇੱਥੋਂ ਤੱਕ ਕਿ ਇਹਨਾਂ ਨੂੰ ਅਸ਼ੁੱਧ ਤੱਕ ਆਖ ਦਿੱਤਾ। ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਭਾਵੇਂ JP ਨੱਡਾ ਸਾਹਿਬ ਨੇ, ਭਾਵੇਂ ਮੀਨਾਕਸ਼ੀ ਲੇਖੀ ਹੈ, ਭਾਵੇਂ ਕੋਈ ਮੰਤਰੀ ਹੋਰ ਹੈ, ਬਿਆਨ ਦੇਣ ਤੋਂ ਪਹਿਲਾਂ ਥੋੜ੍ਹਾ ਬਹੁਤਾ ਸੋਚਣਾ ਵਿਚਾਰਨਾ ਜ਼ਰੂਰ ਚਾਹੀਦਾ। ਕੱਲ੍ਹ ਮੀਨਾਕਸ਼ੀ ਲੇਖੀ ਕਹਿੰਦੀ ਸੀ ਇਹ ਮਵਾਲੀ ਨੇ, ਇਹ ਗੁੰਡੇ ਨੇ। ਬਾਅਦ ਦੇ ਵਿੱਚ ਉਹਨਾਂ ਨੂੰ ਮੁਆਫੀ ਮੰਗਣੀ ਪੈ ਗਈ ਕਿ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਵੀ ਲੋਕ ਸਭਾ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਈ ਵਾਰੀ ਆਖ ਚੁੱਕੇ ਹੈ ਕਿ ਟੀਕਾਕਰਨ ਪ੍ਰੋਗਰਾਮ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ, ਪਰ ਕਹਿੰਦੇ ਹੋ ਰਿਹਾ ਹੈ। ਇਹ ਸਰਕਾਰ ਦਾ ਟੀਚਾ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਹਰ ਇੱਕ ਵਿਅਕਤੀ ਨੂੰ ਕਰੋਨਾ ਦਾ ਟੀਕਾ ਲਗਵਾਉਣਾ ਚਾਹੀਦਾ ਹੈ।
ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ, ਇਹ ਕੋਵਿਡ-19 ਮਹਾਮਾਰੀ ਦੇ ਨਾਲ ਲੜਨ ਦਾ ਸਮਾਂ ਹੈ। ਤੇ ਦੂਸਰੇ ਪਾਸੇ ਰਾਹੁਲ ਗਾਂਧੀ ਕਾਂਗਰਸ ਦੇ ਲੀਡਰ ਨੇ, ਉਹਨਾਂ ਨੇ ਇਹ ਦੋਸ਼ ਲਾਇਆ ਕਿ ਉਹਨਾਂ ਦਾ ਫੋਨ ਨੰਬਰ ਟੇਪ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਸਿਰਫ ਨਿੱਜਤਾ ਦਾ ਹੀ ਮਾਮਲਾ ਨਹੀਂ, ਬਲਕਿ ਮਾਮਲਾ ਇਹ ਤੋਂ ਵੱਡਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਦੇ ਕਾਰਨ ਉਹ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ ਤੇ ਉਹ ਲੋਕਾਂ ਦੀ ਗੱਲ ਕਰਦੇ ਆ, ਲੋਕਾਂ ਦੀ ਆਵਾਜ਼ ਤੇ ਦਰਅਸਲ ਕਹਿੰਦੇ ਇਹ ਹਮਲਾ ਹੈ। ਉਹਨਾਂ ਕਿਹਾ ਕਿ ਇਸ ਦੇ ਵਾਸਤੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਨਾਲ ਇੱਥੋਂ ਤੱਕ ਵੀ ਕਿਹਾ ਕਿ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਉਹ ਕਹਿੰਦੇ ਇਸ ਜਾਂਚ ਦੇ ਦਾਇਰੇ ਵਿੱਚ, ਇਸ ਜਾਂਚ ਦੇ ਘੇਰੇ ਵਿੱਚ ਲਿਆਉਣਾ ਇਸ ਵਕਤ ਬੜਾ ਲਾਜ਼ਮੀ ਹੈ ਕਿਉਂਕਿ ਮਾਮਲਾ ਬੜਾ ਸੰਜੀਦਾ ਹੈ। ਰਾਹੁਲ ਨੇ ਕਿਹਾ ਕਿ ਪੈਗਾਸਸ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਹਦੀ ਵਰਤੋਂ ਰਾਜਾਂ ਅਤੇ ਸੰਸਥਾਵਾਂ ਦੇ ਵਿਰੁੱਧ ਕਰ ਰਹੇ ਨੇ, ਆਪਣੇ ਵਿਰੋਧੀਆਂ ਦੇ ਵਿਰੁੱਧ ਕਰ ਰਹੇ ਨੇ, ਵਿਰੋਧੀ ਧਿਰ ਦੇ ਲੀਡਰਾਂ ਦੇ ਉੱਪਰ ਕਰ ਰਹੇ ਨੇ, ਕਾਰੋਬਾਰੀਆਂ ਤੇ ਕਰ ਰਹੇ ਨੇ, ਕਾਨੂੰਨਦਾਨਾਂ ਤੇ ਕਰ ਰਹੇ ਨੇ, ਵਪਾਰੀਆਂ ਤੇ ਕਰ ਰਹੇ ਨੇ ਤੇ ਇੱਥੋਂ ਤੱਕ ਕੁਝ ਆਪਣੇ ਮੰਤਰੀਆਂ ਤੇ ਕਰ ਰਹੇ ਨੇ। ਤੇ ਪਿਛਲੇ ਦਿਨੀ ਇਹ ਗੱਲ ਵੀ ਪਤਾ ਲੱਗੀ ਸੀ ਕਿ CBI ਦੇ ਜਿਹੜੇ ਸਾਬਕਾ ਚੀਫ ਨੇ, ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਜਾਂ ਇਸ ਕੇਂਦਰ ਸਰਕਾਰ ਨੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ, ਪਤਾ ਲੱਗਿਆ ਕਿ ਉਹਨਾਂ ਦੀ ਵੀ ਟੇਪਿੰਗ ਕੀਤੀ ਗਈ ਹੈ, ਜਾਸੂਸੀ ਕੀਤੀ ਗਈ ਹੈ। ਪਰ ਇਹ ਜਿਹੜਾ ਪ੍ਰੋਗਰਾਮ ਹੈ, ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ, ਇਹ ਸਿਰਫ ਤੇ ਸਿਰਫ ਉਹਨਾਂ ਲੋਕਾਂ ਦੇ ਖਿਲਾਫ ਵਰਤਿਆ ਜਾ ਸਕਦਾ ਹੈ ਜਿਹੜੇ ਕੋਈ ਅੱਤਵਾਦ ਦੀਆਂ ਘਟਨਾਵਾਂ ਨੂੰ ਜਾਂ ਫਿਰ ਦੇਸ਼ ਨੂੰ ਵੰਡਣ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹੋਣ। ਪਰ ਇਹ ਉਹਨਾਂ ਲੋਕਾਂ ਦੇ ਖਿਲਾਫ ਵਰਤਿਆ ਜਾ ਰਿਹਾ ਜਿਹੜੇ ਇਹਨਾਂ ਦੇ ਵਿਰੋਧੀ ਲੀਡਰ ਨੇ। ਕਾਂਗਰਸ ਦੀ ਸੰਸਦ ਮੈਂਬਰ ਨੇ ਸ਼ਸ਼ੀ ਥਰੂਰ ਨੇ ਕਿਹਾ ਕਿ ਪਾਰਟੀ ਦੇ ਦੋ ਹੀ ਏਜੰਡੇ ਹੈ, ਸਿਟੀਜ਼ਨ ਡੇਟਾ ਪ੍ਰਾਈਵੇਸੀ ਅਤੇ ਸੁਰੱਖਿਆ ਤੇ ਸਾਈਬਰ ਸੁਰੱਖਿਆ। ਪਾਰਟੀ ਸਿਰਫ ਉਹਨਾਂ ਦੇ ਅਧੀਨ ਪੈਗਾਸਸ ਦਾ ਮੁੱਦਾ ਉਠਾਏਗੀ। ਉਹ ਕਹਿੰਦੇ ਸਥਾਈ ਕਮੇਟੀ ਨੂੰ ਪ੍ਰਸ਼ਨ ਪੁੱਛਣ ਦਾ ਪੂਰਾ ਅਧਿਕਾਰ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਇੱਕ ਸਿਟਿੰਗ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਕਹਿੰਦੇ ਸਾਡੀ ਇਹ ਮੰਗ ਹੈ, ਪਰ ਵੇਖਦੇ ਹਾਂ ਕਿ ਇਹ ਮੰਗ ਉਹਨਾਂ ਦੀ ਮੰਨੀ ਜਾਂਦੀ ਹੈ ਜਾਂ ਨਹੀਂ। ਕਾਂਗਰਸ ਦੀ ਸੰਸਦ ਮੈਂਬਰ ਨੇ ਮਨੀਕਾਮ ਟੈਗੋਰ ਹੋਰਾਂ ਨੇ ਵੀ ਕਿਹਾ, ਉਹਨਾਂ ਨੇ ਵੀ ਲੋਕ ਸਭਾ ਦੇ ਵਿੱਚ ਇਸ ਮੁੱਦੇ ਨੂੰ ਉਠਾਇਆ। ਉਹਨਾਂ ਨੇ ਲੋਕ ਸਭਾ ਵਿੱਚ ਮੁਲਤਵੀ ਪ੍ਰਸਤਾਵ ਵਾਸਤੇ ਨੋਟਿਸ ਵੀ ਜਾਰੀ ਕੀਤਾ, ਪਰ ਪੁੱਛਦਾ ਕੌਣ ਹੈ? ਦੂਸਰੇ ਪਾਸੇ ਰਾਜ ਸਭਾ ਦੇ ਵਿੱਚ ਵੀ ਕਾਂਗਰਸ ਦੇ ਸੰਸਦ ਮੈਂਬਰ ਨੇ ਦੀਪਿੰਦਰ ਸਿੰਘ ਹੁੱਡਾ, ਉਹਨਾਂ ਨੇ ਸਦਨ ਦੇ ਵਿੱਚ ਕਿਸਾਨਾਂ ਦੇ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਇਆ। ਨਾਲ ਉਹਨਾਂ ਨੇ ਕਈ ਮੁੱਦੇ ਹੋਰ ਉਠਾਏ ਤੇ CPIM ਦੇ ਨੇ ਇਲਾਮਾ ਰਾਮ ਨੇ ਰਾਜ ਸਭਾ ਦੇ ਵਿੱਚ ਵੀ ਪੈਗਾਸਸ ਜਸੂਸੀ ਦਾ ਮਾਮਲਾ ਉਠਾਇਆ। ਉਹ ਕਹਿੰਦੇ ਆਓ ਇਹਦੇ ਤੇ ਬਹਿਸ ਕਰੋ। ਬਹਿਸ ਕਰਨ ਵਾਸਤੇ ਨਿਯਮ 267 ਦੇ ਤਹਿਤ ਕਾਰੋਬਾਰੀ ਮੁਅੱਤਲੀ ਦਾ ਵੀ ਉਹਨਾਂ ਨੇ ਨੋਟਿਸ ਦਿੱਤਾ। ਹੁਣ ਸੋਮਵਾਰ ਤੋਂ ਲੈ ਕੇ ਆ ਸ਼ੁੱਕਰਵਾਰ ਤੱਕ ਤੁਸੀਂ ਇਹ ਦੇਖੋ ਕਿ ਰੋਜ਼ਾਨਾ ਮੁਲਾਕਾਤਾਂ ਹੁੰਦੀਆਂ ਰਹੀਆਂ, ਰੋਜ਼ਾਨਾ ਬਹਿਸ ਹੋਣ ਵਾਸਤੇ ਇਕੱਠੇ ਹੁੰਦੇ ਰਹੇ, ਪਰ ਕੋਈ ਕਾਰਵਾਈ ਚੱਲਣ ਨਹੀਂ ਦਿੱਤੀ ਵਿਰੋਧੀਆਂ ਨੇ। ਇੱਕ ਤਾਂ ਇਹ ਵਿਪ ਦਾ ਅਸਰ ਹੈ, ਦੂਸਰਾ ਮੁੱਦੇ ਹੀ ਕੁਝ ਵੱਡੇ ਨੇ। ਕਿਸਾਨੀ ਦੇ ਮੁੱਦੇ ਨੂੰ ਲੈ ਕੇ ਤਾਂ ਵਿਪ ਜਾਰੀ ਕਰ ਦਿੱਤਾ, ਮਹਿੰਗਾਈ ਨੂੰ ਲੈ ਕੇ, ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਲੈ ਕੇ ਤਾਂ ਹੰਗਾਮੇ ਹੋਣੇ ਸੁਭਾਵਿਕ ਸੀ, ਪਰ ਪੈਗਾਸਸ ਜਾਸੂਸੀ ਮਾਮਲੇ ਨੇ ਸੱਚਮੁੱਚ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਹੈ। ਸੋ ਦੋਸਤੋ, ਇਹ ਕੁੱਲ ਮਿਲਾ ਕੇ ਅੱਜ ਦੀਆਂ ਖਬਰਾਂ ਸਨ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।